है भी सच, नानक होसी भी सच। जैसे गोयल गोयली तैसे संसारा, कूड़ कमावह आदमी बंद है करबारा। जग हो सूत्यो चलिया बनजारा। बेसमार अथाह अगनति अतुलै, ज्यों बुलावहो त्यों नानक दास बोलै। वाहिगुरु जी का खालसा, वाहिगुरु जी की फतेह। परम सन्मानयोग गुरु साहिब जी की पावन हजूरी दे विच हाज़र होइयां सन्मानयोग गुरु की संगतां, आपां इस वक्त गुरु नानक दे 11वें स्वरूप जागत जोत शब्दाय अवतार दसों ही पातशाही जी के आत्मक स्वरूप गुरता गद्दी दे तखत ते सुभायमान श्री गुरु ग्रंथ साहिब महाराज जी के पावन दरबार दे विच जुड़ बैठ करके गुर शब्द गुरबाणी का लाहा लिया है। श्री गुरु ग्रंथ साहिब जी महाराज के अंदर एक ओंकार तो लैके 18 10 20 तक एक एक अखर नाम स्वरूप है। एक एक अखर जिंदगी का कल्याण करने वाला है। तो इस बाणी विच सतगुरु जी ने श्री सुखमनी साहिब जी की अमृत बाणी का जो भंडारा बख्शिया है। श्री गुरु अर्जन देव महाराज जिस वक्त गुरु ग्रंथ साहिब महाराज जी का स्वरूप भाई गुरदास जी तो लिखा रहे सन, नामी नामी गुरसिखा ने बेनती की, महाराज कृपा करके कोई ऐसी बाणी रच दिओ जिहदे एक पाठ करन नाल 24 घंटियां दे जिहड़े सवास ने वो सफल हो जाण। विज्ञान भी इस गल नूं मनदा है, पर शास्त्रां ने थोड़ा जिहा होर रूप दे विच मन्निया कि मनुख एक दिन और रात भाव 24 घंटिया 24,000 सवास जिहड़ा है वो लैंदा है। पर शास्त्र कहते ने कि सारे मनुख नहीं ऐसा करते, बहुत सारे ने जिहड़े घट लेंदे ने, बहुत सारे ने जिहड़े 24,000 तो वध लेंदे ने। जिहड़े तां है तामसी खाने खाण वाले, मांस खाना, शराब, उन्हां दे सवासां की गति जिहड़ी है वो वध जाती है। जिन्ने समय दे विच मनुख एक सवास लैंदा है तो जिहदा नशा करिया होवे वो 2 ले लैंदा है, उहदी गति तेज हो जाती है। जिहड़े जोगी जन ने, जिहड़े बंदगी करते हैं, उन्हां दे सवासां की गति बहुत स्लो होती है, क्योंकि उन्होंने अपने सवास द्वारा ही नाम नूं योग की विधि नाल हिरदे तक लैके जाना होंदा है। गुरु साहब जी ने कहा, श्वास श्वास हर नाम जब बिरथा सास मत खोए, क्या जानो क्या अंत को एहो सास मत होए।
तो फिर गुरु अर्जन देव महाराज जी ने 25,058 ਅੱਖਰਾਂ ਵਿੱਚ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਚਾਰਨ ਕੀਤਾ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੇਵਲ ਇੱਕੋ ਬਾਣੀ ਹੈ ਜਿਹਨੂੰ ਪੜ੍ਹਨ ਦਾ ਫਲ ਵੀ ਗੁਰੂ ਸਾਹਿਬ ਜੀ ਨੇ 3 ਵਾਰ ਜ਼ਿਕਰ ਕੀਤਾ ਹੈ। ਆਰੰਭਤਾ ਵਿੱਚ ਅਸੀਂ ਪੜ੍ਹਦੇ ਹਾਂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਅਸਲ ਦੇ ਵਿੱਚ ਸੁਖਮਨੀ ਨਾ ਹੀ, ਜਦੋਂ ਇਹਨੂੰ ਥੋੜ੍ਹਾ ਜਿਹਾ ਅਰਥ ਨੂੰ ਪੜ੍ਹੀਏ, ਸੁਖ ਜਮਾ ਮਨੀ। ਮਣੀ ਵੈਸੇ ਤਾਂ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ, ਪਰ ਇਹ ਗਾਥ ਹੈ ਕਿ ਜਿਹਨੂੰ ਮਣੀ ਕਿਤੇ ਹੱਥ ਲੱਗ ਜਾਏ ਉਹ ਫਿਰ ਜਿਹੜਾ ਫੁਰਨਾ ਵੀ ਕਰੇ ਉਹ ਵੀ ਪੂਰਾ ਹੋ ਜਾਂਦਾ। ਤੋ ਗੁਰੂ ਸਾਹਿਬ ਕਹਿੰਦੇ, ਗੁਰਸਿੱਖੋ, ਉਹ ਮਣੀ ਜਿੱਥੇ ਭਾਲਣ ਜਾਓਗੇ ਉਹ ਸੱਪ ਦੀ ਸਿਰੀ 'ਚੋਂ ਹੁੰਦੀ ਹੈ, ਤੇ ਨਾ ਕੋਈ ਸੱਪ ਦੇ ਨੇੜੇ ਜਾ ਸਕੇ ਤੇ ਨਾ ਉਹ ਮਣੀ ਮਿਲ ਸਕੇ। ਫਿਰ ਉਹ ਹਰੇਕ ਸੱਪ ਦੇ ਨਹੀਂ ਹੁੰਦੀ, ਸੱਪਾਂ ਦੀ ਬੜੀਆਂ ਨਸਲਾਂ ਨੇ। ਫਿਰ ਜਿਹੜੇ ਵਿੱਚ ਹੁੰਦੀ ਹੈ ਫਿਰ ਉਹ ਆਮ ਨਹੀਂ ਦਿਸਦੀ, ਉਹ ਇੱਕ ਵਿਸ਼ੇਸ਼ ਦਿਨ ਹੁੰਦਾ ਹੈ। ਪਰ ਜਿਹੜੀ ਸੁੱਖਾਂ ਦੀ ਮਣੀ ਗੁਰਬਾਣੀ ਹੈ, ਮਹਾਰਾਜ ਕਹਿੰਦੇ ਜਿਹੜਾ ਸਿੱਖ ਸੁਖਮਨੀ ਸਾਹਿਬ ਦਾ ਜਾਪ ਕਰਦਾ ਉਹ ਸਮਝ ਲਓ ਕਿ ਉਹਨੇ ਮਣੀ ਜਿਹੜੀ ਹੈ ਪ੍ਰਾਪਤ ਕਰ ਲਈ, ਸੁੱਖ ਦੇਣ ਵਾਲੀ। ਸੁਖ ਜਮਾ ਮਨੀ। ਫਿਰ ਦੂਸਰੀ ਮਰਤਬਾ ਗੁਰੂ ਸਾਹਿਬ ਜੀ ਨੇ ਇਸ ਬਾਣੀ ਦਾ ਫਲ 24ਵੀਂ ਅਸ਼ਟਪਦੀ ਵਿੱਚ 2 ਵਾਰ ਜ਼ਿਕਰ ਕੀਤਾ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਤੇ ਫਿਰ ਅਖੀਰ ਵਿੱਚ ਜਿੱਥੇ ਸਮਾਪਤੀ ਹੁੰਦੀ ਹੈ, ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਬਣੀ। ਔਰ ਬਲਕਿ ਜਿਨ੍ਹਾਂ ਨੇ ਸੁਖਮਨੀ ਸਾਹਿਬ ਜੀ ਦਾ ਜਾਪ ਕੀਤਾ, ਅਨੁਭਵ ਕੀਤਾ, ਉਹਨਾਂ ਕਮਾਈ ਵਾਲੀਆਂ ਰੂਹਾਂ ਨੇ, ਮਹਾਂਪੁਰਖਾਂ ਨੇ ਇਹ ਤੱਤ ਸਾਰ ਵੀ ਕੱਢੇ ਕਿ ਸੁਖਮਨੀ ਸਾਹਿਬ ਦੇ ਵਿੱਚ ਇੰਨੇ ਫਲ ਨੇ, ਜੇ ਕਿਤੇ ਸੁਖਮਨੀ ਸਾਹਿਬ ਕੋਈ ਮਨ ਲਾ ਕੇ ਪੜ੍ਹੇ, ਸੁਖਮਨੀ ਸਾਹਿਬ ਦਾ ਇੱਕ ਪਾਠ ਵੀ ਇੱਕ ਰੋਜ਼ ਕਰੇ, ਉਹਦੀਆਂ ਹਰ ਇੱਕ ਇੱਛਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ। ਗੁਰੂ ਅਰਜਨ ਦੇਵ ਮਹਾਰਾਜ ਨੇ ਜ਼ਿਕਰ ਕੀਤਾ, ਖੇਮ ਸ਼ਾਂਤ ਰਿੱਧ ਨਵ ਨਿਧ। ਇਹ ਜਿਹੜਾ ਪਦਾ ਹੈ 24ਵੀਂ ਅਸ਼ਟਪਦੀ ਦਾ 6ਵਾਂ ਪਦਾ, ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਰੀ ਫਲਾਂ ਦਾ ਜ਼ਿਕਰ ਕੀਤਾ ਕਿ ਸੁਖਮਨੀ ਸਾਹਿਬ ਪੜ੍ਹਨ ਵਾਲਾ ਕਿੰਨੇ ਫਲ ਪ੍ਰਾਪਤ ਕਰ ਸਕਦਾ ਹੈ। ਖੇਮ ਸ਼ਾਂਤ ਰਿੱਧ ਨਵ ਨਿਧ। ਤੋ ਅੱਜ ਜੋ ਸੁਖਮਨੀ ਸਾਹਿਬ ਜੀ ਦਾ ਜਾਪ ਹੋਇਆ ਹੈ, ਜੋ ਪਿਛਲੇ ਸਮੇਂ ਵਿੱਚ ਸਰਦਾਰ ਬਜ਼ੁਰਗ ਦਲਜੀਤ ਸਿੰਘ ਜੀ ਇਸ ਸੰਸਾਰ ਤੋਂ ਆਈ ਆਗਿਆ ਪਿਰਹੋਂ ਬੁਲਾਇਆ, ਨਾ ਤਨ ਪੁੱਛੀ ਨਾ ਮਤਾ ਪਕਾਇਆ, ਉਹਨਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਗੁਰੂ ਘਰ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਸਾਧ ਸੰਗਤ, ਗੁਰਬਾਣੀ ਕੀ ਹੈ, ਗੁਰਬਾਣੀ ਦਾ ਫਲ ਕੀ ਹੈ, ਗੁਰਬਾਣੀ ਦਾ ਮਹੱਤਵ ਕੀ ਹੈ, ਗੁਰਬਾਣੀ ਕਿੱਥੋਂ ਆਈ ਹੈ,
ਇਹ ਸਾਰਾ ਜ਼ਿਕਰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਹੀ ਕੀਤਾ ਹੋਇਆ ਹੈ। ਬਾਣੀ ਨੂੰ ਅੰਮ੍ਰਿਤ ਕਿਹਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੇ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਗੁਰਬਾਣੀ ਅੰਮ੍ਰਿਤ ਹੈ। ਅੰਮ੍ਰਿਤ ਵੀ ਐਸਾ ਹੈ ਜਿਹੜਾ ਹਿਰਦੇ ਦੇ ਵਿੱਚ ਇਹ ਵਿਕਾਰਾਂ ਦੀ ਅਗਨੀ ਵਗ ਰਹੀ ਹੈ, ਮਚ ਰਹੀ ਹੈ, ਉਹਨੂੰ ਠਾਰਨ ਵਾਲੀ ਸ਼ਕਤੀ ਗੁਰਬਾਣੀ ਹੈ। ਵਾਣੀ ਵੱਜੀ ਚਹੁ ਜੁਗੀ, ਸੱਚੋ ਸੱਚ ਦਰੜਾਏ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਰਸੈ ਮਨ ਆਏ। ਫਿਰ ਰੋਜ਼ ਆਨੰਦ ਸਾਹਿਬ ਪੜ੍ਹਦੇ ਹਾਂ, ਉੱਥੇ ਮਹਾਰਾਜ ਨੇ ਹੁਕਮ ਕਿਹਾ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰਿਓ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀਆਂ ਸਿਰ ਬਾਣੀ, ਸਿਰ ਦਾ ਅਰਥ ਹੈ ਸ਼੍ਰੋਮਣ। ਇਹ ਦੁਨੀਆ ਦੀ ਸਭ ਤੋਂ ਸ਼੍ਰੋਮਣ ਬਾਣੀ ਹੈ। ਇਹਦਾ ਮਤਲਬ ਇਸ ਤੋਂ ਬਿਨਾਂ ਵੀ ਕੋਈ ਬਾਣੀ ਹੈ? ਬਾਣੀਆਂ ਬਹੁਤ ਨੇ, ਪਰ ਗੁਰਬਾਣੀ ਇੱਕੋ ਹੈ। ਬਾਣੀ ਜਿਸ ਤਰ੍ਹਾਂ ਸਾਧ ਸੰਗਤ ਹੁਣ ਤੱਤਾਂ ਦੀ ਬਾਣੀ ਹੈ, ਜਿਹੜੀ ਅੱਗ ਹੈ ਉਹ ਭੱਖ ਭੱਖ ਦੀ ਆਵਾਜ਼ ਕਰਦੀ ਹੈ ਜਦੋਂ ਅੱਗ ਪੂਰੀ ਚੜ੍ਹ ਕੇ ਮਚ ਰਹੀ ਹੋਵੇ। ਹਵਾ ਇਹਦੀ ਸਾਂ-ਸਾਂ ਦੀ ਆਵਾਜ਼ ਹੈ। ਪਾਣੀ ਹੈ, ਇਹਦੀ ਚੁੱਲ ਚੁੱਲ ਦੀ ਆਵਾਜ਼ ਹੈ। ਇਸ ਤਰ੍ਹਾਂ ਇਹਨੂੰ ਤਾਤਕ ਬਾਣੀ ਕਿਹਾ ਹੈ ਧਰਮ ਗ੍ਰੰਥਾਂ ਨੇ। ਇਹ ਤੱਤਾਂ ਦੀ ਬਾਣੀ ਹੈ। ਪਰ ਜੋ ਅਕਾਲ ਪੁਰਖ ਦੀ ਬਾਣੀ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜੋ ਬਾਣੀ ਦਾ ਸਰੂਪ ਸਤਿਗੁਰੂ ਹਨ। ਤੋ ਸਾਧ ਸੰਗਤ, ਮੌਤ ਜੋ ਹੈ ਇਹ ਦੁਨੀਆ ਦੇ ਵਿੱਚ ਕੋਈ ਐਸਾ ਪੈਦਾ ਨਹੀਂ ਹੋਇਆ ਕਿ ਜਿਹੜਾ ਪੈਦਾ ਤਾਂ ਹੋ ਗਿਆ ਹੋਵੇ, ਉਸ ਤੋਂ ਬਾਅਦ ਉਹ ਮਰਿਆ ਨਾ ਹੋਵੇ, ਉਹਨੂੰ ਮੌਤ ਨਾ ਆਈ ਹੋਵੇ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਦੋਂ ਦੱਖਣ ਦੇ ਵੱਲ ਜਾਂਦੇ ਨੇ ਤਾਂ ਇੱਕ ਪੰਡਤ ਵਿਦਵਾਨ ਗੁਰੂ ਸਾਹਿਬ ਜੀ ਦੇ ਨਾਲ ਚਰਚਾ ਕਰਦਾ। ਚਰਚਾ ਕਰਦਿਆਂ ਗੱਲ ਜਦੋਂ ਮੌਤ ਦੇ ਸੰਦਰਭ ਦੇ ਵਿੱਚ ਹੁੰਦੀ ਹੈ ਤੇ ਉਹ ਸਵਾਲ ਕਰਦਾ ਹੈ ਕਿ ਸੱਚੇ ਪਾਤਸ਼ਾਹ, ਇਸ ਦੁਨੀਆ ਤੇ ਕੋਈ ਹੈ ਜਿਹੜਾ ਰਹਿ ਸਕਦਾ ਹੋਵੇ? ਮਹਾਰਾਜ ਕਹਿੰਦੇ, ਨਹੀਂ, ਹੇ ਗਿਆਨਵਾਨ ਪੰਡਤ, ਇਸ ਦੁਨੀਆ ਤੇ ਦੁਨੀਆ ਦੀ ਨਜ਼ਰ ਵਿੱਚ ਸਭ ਤੋਂ ਛੋਟੀ ਪਦਵੀ ਇੱਕ ਮੰਗ ਕੇ ਖਾਣ ਵਾਲੇ ਦੀ ਹੈ। ਸਭ ਤੋਂ ਛੋਟਾ ਵਿਅਕਤੀ ਉਹਨੂੰ ਮੰਨਿਆ ਜਾਂਦਾ ਹੈ ਜਿਹੜਾ ਕਿਸੇ ਦੇ ਅੱਗੇ ਹੱਥ ਅੱਡਦਾ ਹੈ, ਜਿਹੜਾ ਕਿਸੇ ਦੇ ਅੱਗੇ ਸਰੈਂਡਰ ਕਰ ਦਿੰਦਾ ਹੈ। ਭਾਵ ਉਹ ਆਪਾਂ ਹੁਣ ਦੇਖਦੇ ਹਾਂ, ਸ਼ਹਿਰਾਂ ਜਾਂਦੇ ਹਾਂ, ਉੱਥੇ ਜਿੱਥੇ ਕਿਤੇ ਗੱਡੀ ਖੜ੍ਹਦੀ ਹੈ ਚਾਰ ਉੱਧਰ ਹੋ ਜਾਂਦੇ ਨੇ, ਚਾਰ ਉੱਧਰ। ਇਹ ਸਭ ਤੋਂ ਛੋਟੀ ਪਦਵੀ ਇਸ ਦੁਨੀਆ ਦੀ। ਤੇ ਦੂਸਰੀ ਸਭ ਤੋਂ ਵੱਡੀ ਪਦਵੀ ਹੈ ਰਾਜ ਕਰਨ ਵਾਲੇ ਦੀ, ਜਿਹਦੇ ਕੋਲ ਇੰਨੀ ਤਾਕਤ ਹੋਵੇ, ਹੁਕਮ ਦੇ ਦੇਵੇ ਕਿਸੇ ਨੂੰ ਫਾਂਸੀ ਚੜ੍ਹਾ ਦੇਵੇ, ਹੁਕਮ ਦੇ ਦੇ ਕਿਸੇ ਫਾਂਸੀ ਲੱਗੇ ਵਾਲੇ ਨੂੰ ਲਾ ਦੇਵੇ। ਕਿਉਂਕਿ ਪਰਮੇਸ਼ਰ ਤੋਂ ਬਾਅਦ ਦੂਸਰੀ ਤਾਕਤ ਰਾਜ ਕਰਨ ਵਾਲੇ ਕੋਲ ਹੁੰਦੀ ਹੈ। ਤੋ ਗੁਰੂ ਨਾਨਕ ਸਾਹਿਬ ਕਹਿੰਦੇ, ਰਾਣਾ ਰਾਉ ਨ ਕੁਰ ਹੈ, ਰੰਗ ਨ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਇ ਨ ਬੰਧ ਹੈ ਧੀਰ। ਰਾਹੋ ਬੁਰਾ ਪੀ ਹਾਵਲਾ, ਸਰ ਡੂਗਰ ਅਸਗਾਹ, ਮੈਂ ਤਨ ਅਵਗੁਣ ਝੁਰਮਈ, ਬੇਣ ਗੁਣ ਕਿਉਂ ਕਰ ਜਾਹਾ। ਗੁਣੀਆਂ ਗੁਣ ਲੈ ਪ੍ਰਭ ਮਿਲੇ, ਕਿਉਂ ਤਿਨ ਮਿਲੋ ਪਿਆਰ, ਤਿਨ ਹੀ ਜੈਸੀ ਥੀ ਰਹਾ, ਜਪ ਜਪ ਹਿਰਦੈ ਮਰਾਰ। ਅਵਗਣੀ ਭਰਪੂਰ ਹੈ, ਗੁਣ ਪੀ ਵਸ ਹੈ ਨਾਲ। ਮਹਾਰਾਜ ਕਹਿੰਦੇ, ਇਸ ਦੁਨੀਆ ਤੇ ਭਾਵੇਂ ਫਕੀਰ ਹੈ, ਭਾਵੇਂ ਬਾਦਸ਼ਾਹ ਹੈ, ਭਾਵੇਂ ਮੰਗਣ ਵਾਲਾ ਹੈ, ਭਾਵੇਂ ਕੋਈ ਬਿਜ਼ਨਸਮੈਨ ਹੈ, ਪਰ ਜਿੱਦਣ ਸਮਾਂ ਆ ਗਿਆ, ਰਹਿਣ ਨਾ ਪਾਵਹਿ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨ ਜਨ ਸੇਵਾ। ਸਭ ਨੂੰ ਜਾਣਾ ਪੈਂਦਾ ਹੈ। ਅਸਾਂ ਵੀ ਉੱਥੇ ਜਾਣਾ,
ਤੇ ਉਹੀ ਰਾਹ, ਉਹੀ ਦੇਸ਼, ਜਿਹੜੇ ਰਾਹ ਤੇ ਸਾਡੇ ਬਜ਼ੁਰਗ ਤੁਰ ਗਏ, ਜਿਹੜੇ ਰਾਹ ਤੇ ਅਸੀਂ ਸੰਸਾਰ ਨੂੰ ਤੁਰਿਆ ਜਾਂਦਿਆਂ ਵੇਖਦੇ ਹਾਂ। ਗੁਰੂ ਨਾਨਕ ਸਾਹਿਬ ਜੀ ਜਦੋਂ ਭਾਈ ਮਰਦਾਨਾ ਜੀ ਦਾ ਅੰਤਮ ਸਮਾਂ ਨੇੜੇ ਆਇਆ, ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆਂ, ਸੱਚ ਇਹ ਹੈ ਕਿ ਹੁਣ ਤੇਰਾ ਅੰਤ ਦਾ ਸਮਾਂ ਨੇੜੇ ਆ ਗਿਆ। ਬ੍ਰਹਮ ਗਿਆਨ ਦੀ ਅਵਸਥਾ ਸੀ ਭਾਈ ਮਰਦਾਨਾ ਦੀ। ਮਰਦਾਨਿਆਂ, ਕੀ ਇੱਛਾ ਹੈ ਕਿ ਜਦੋਂ ਮੌਤ ਆਵੇ, ਕਿਉਂਕਿ ਤੇਰੇ ਨਾਲ ਜ਼ਿੰਦਗੀ ਦਾ ਸਾਥ ਬੜਾ ਲੰਮਾ ਰਿਹਾ ਹੈ, ਤੇ ਉਸ ਮੌਤ ਦੇ ਪਲਾਂ ਦੇ ਵਿੱਚ ਜਦੋਂ ਤੂੰ ਇਸ ਜਹਾਨ ਨੂੰ ਛੱਡਣਾ ਚਾਹੇਗਾ, ਭਾਈ ਮਰਦਾਨਾ ਸਾਹਿਬ ਜੀ ਕਹਿਣ ਲੱਗੇ ਕਿ ਐ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਇਹ ਅਕਾਲ ਪੁਰਖ ਦੀ ਤੁਹਾਡੀ ਕਿਰਪਾ ਸੀ ਕਿ ਮੇਰੇ ਵਰਗੇ ਇੱਕ ਨਤਾਣੇ ਯਤੀਮ ਆਦਮੀ ਨੂੰ ਐਡਾ ਵੱਡਾ ਮਾਣ ਦਿੱਤਾ। ਤੂੰ ਰਾਜਿਆਂ ਦੇ ਗਿਆ ਤੇ ਮੈਂ ਨਾਲ ਸੀ, ਤੇ ਦੁਨੀਆ ਦਾ ਕੋਈ ਕੋਨਾ ਐਸਾ ਨਹੀਂ ਕਿ ਜਿੱਥੇ ਤੁਸੀਂ ਮੈਨੂੰ ਇਹ ਨਵਾਜ਼ਿਸ਼ ਨਹੀਂ ਬਖਸ਼ੀ। ਤੁਹਾਡੇ ਕੌਤਕ ਬੜੇ ਵੇਖੇ, ਮੈਂ ਤੜਫ ਜਾਂਦਾ ਸਾਂ, ਪਰ ਤੁਸੀਂ ਕੱਲੇ ਕੱਲੇ ਮੋੜ ਤੇ ਮੈਨੂੰ ਇਸ ਦੁਨੀਆ ਦਾ ਜੋ ਕੁਝ ਮੈਂ ਵੇਖ ਲਿਆ, ਸ਼ਾਇਦ ਹੀ ਕੋਈ ਇਸ ਦੁਨੀਆ ਤੇ ਹੋਰ ਹੋਏਗਾ। ਸੱਚੇ ਪਾਤਸ਼ਾਹ, ਬਸ ਮੇਰੀ ਇੱਕ ਇੱਛਾ ਹੈ ਕਿ ਜਦੋਂ ਮੈਂ ਆਖਰੀ ਸਵਾਸ ਲਵਾਂ, ਉਹ ਮੇਰਾ ਸਮਾਂ ਤੁਹਾਡੇ ਚਰਨਾਂ ਦੇ ਵਿੱਚ ਹੋਵੇ, ਤੁਹਾਡੇ ਦਰਸ਼ਨ ਕਰਦਾ ਹੋਇਆ ਮੁਖੜੇ ਦੇ ਮੈਂ ਇਸ ਦੁਨੀਆ ਤੋਂ ਵਿਦਾ ਹੋਵਾਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆਂ, ਚਲੋ ਇਹ ਤਾਂ ਮੈਂ ਤੇਰੇ ਕੋਲ ਹੀ ਹਾਂ, ਮੈਂ ਇੱਕ ਹੋਰ ਸੋਚਦਾ ਗਾ। ਕਹਿਣ ਲੱਗੇ, ਮਹਾਰਾਜ ਕੀ? ਕਹਿੰਦੇ, ਤੇਰੀ ਮੌਤ ਤੋਂ ਬਾਅਦ ਇੱਥੇ ਇੱਕ ਮੜੀ ਬਣਾ ਦਿਓ, ਸਮਾਧ ਬਣਾ ਦਿਓ। ਤੇ ਭਾਈ ਮਰਦਾਨਾ ਜੀ ਹੱਥ ਜੋੜੇ, ਕਿਉਂਕਿ ਗੁਰੂ ਨਾਨਕ ਸਾਹਿਬ ਤੇ ਪਰਖ ਲੈ ਰਹੇ ਸੀ ਕਿ ਅਵਸਥਾ ਕਿੱਥੇ ਪਹੁੰਚ ਗਈ ਮਰਦਾਨੇ ਦੀ। ਮ੍ਰਿਤਕ ਮੜਾ ਸਰੀਰ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ, ਜਦੋਂ ਵੀ ਕਿਤੇ ਅਕਾਲ ਪੁਰਖ ਦੀ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਤੁਸੀਂ ਮੈਨੂੰ ਕਹਿੰਦੇ ਸੀ, ਮਰਦਾਨਿਆਂ, ਰਬਾਬ ਚੱਕ, ਹੁਣ ਅਕਾਲ ਪੁਰਖ ਦੀ ਬਾਣੀ ਆਈ ਹੈ। ਜਿਹੜੀ ਬਾਣੀ ਤੁਸੀਂ ਗਾਉਂਦੇ ਰਹੇ ਤੇ ਮੈਂ ਸਾਜ਼ ਵਜਾਉਂਦਾ ਰਿਹਾ, ਉਹ ਬਾਣੀ ਦੇ ਵਿੱਚ ਤੁਸੀਂ ਮੈਨੂੰ ਇੱਕੋ ਗੱਲ ਬਾਰ-ਬਾਰ ਮੇਰੇ ਸਮਝ ਆਈ ਕਿ ਇਹ ਸਰੀਰ ਵੀ ਮੜੀ ਹੈ। ਤੋ ਇਸ ਮੜੀ ਦੇ ਵਿੱਚ ਆਤਮਾ ਪਰਮਾਤਮਾ ਨੇ ਰੱਖੀ ਹੋਈ ਹੈ। ਤੋ ਇੱਕ ਦਿਨ ਸਮਾਂ ਆਉਣਾ ਹੈ, ਆਤਮਾ ਤੇ ਇਹ ਸਰੀਰ ਵੱਖ ਹੋ ਜਾਣਗੇ, ਤੇ ਆਤਮਾ ਉਸ ਨਿਰਾਲੇ ਦੇਸ਼ ਨੂੰ, ਸਰੀਰ ਤਾਂ ਇੱਕ ਜਰੀਆ ਹੈ ਉਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਪਹੁੰਚਣ ਦਾ। ਮਹਾਰਾਜ ਮੈਨੂੰ ਸਾਰੀ ਉਮਰ ਸਰੀਰ ਰੂਪੀ ਮੜੀ ਚੋਂ ਕੱਢਦੇ ਰਹੇ ਸ਼ਬਦ ਦੀ ਤਾਕਤ ਨਾਲ, ਤੇ ਜਦੋਂ ਹੁਣ ਸਮਾਂ ਮੇਰਾ ਆਇਆ, ਮੇਰੀ ਆਤਮਾ ਨੂੰ ਕੋਈ ਰਾਹ ਮਿਲਣਾ ਸੀ। ਅੱਜ ਤੁਸੀਂ ਸੱਚੇ ਪਾਤਸ਼ਾਹ ਕਹਿੰਦੇ ਹੋ ਕਿ ਮੈਨੂੰ ਫੇਰ ਮੜੀ ਦੇ ਵਿੱਚ ਪਾਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਨਹੀਂ ਮਰਦਾਨਿਆਂ, ਇਹ ਗੁਰੂ ਨਾਨਕ ਦਾ ਕਰ ਹੈ। ਇੱਥੇ ਤੇ ਪੰਛੀ ਵੀ ਮੁਕਤ ਹੋ ਗਏ, ਤੇਰੇ ਤੇ ਸਾਥ ਹੀ ਲੰਮਾ ਰਿਹਾ ਸੀ। ਬਸ ਮੈਂ ਤੇਰੀ ਇੱਕ ਇੱਛਾ ਦੇਖਣੀ ਚਾਹੁੰਦਾ ਸੀ, ਤੂੰ ਮੁਕਤ ਹੈ। ਭਾਈ ਮਰਦਾਨਾ ਜੀ ਸਰੀਰ ਤਿਆਗ ਗਏ। ਗੁਰੂ ਨਾਨਕ ਸਾਹਿਬ ਜੀ ਨੇ ਹੱਥੀਂ ਸਾਰੀ ਅੰਤਮ ਸੰਸਕਾਰ ਦੀ ਕਿਰਿਆ ਆਪ ਕੀਤੀ। ਕੁਝ ਲੋਕ ਸੋਚਦੇ ਸਨ ਕਿ ਮਰਦਾਨਾ ਸਾਥ ਬੜਾ ਲੰਮਾ ਸੀ ਗੁਰੂ ਨਾਨਕ ਸਾਹਿਬ ਜੀ ਦਾ, ਘਰ ਦੇ ਵਿੱਚ ਜਾਨਵਰ ਵੀ ਹੋਵੇ, ਜਦੋਂ ਉਹਦਾ ਵੀ ਵਿਛੋੜਾ ਪੈਂਦਾ, ਮਨੁੱਖ ਦੇ ਮਨ ਤੇ ਅਸਰ ਹੁੰਦਾ ਹੈ। ਕੀ ਗੁਰੂ ਨਾਨਕ ਸਾਹਿਬ ਬਰਾਕ ਕਰਨਗੇ? ਲੋਕੀ ਵੇਖਦੇ ਰਹੇ, ਪਰ ਗੁਰੂ ਨਾਨਕ ਸਾਹਿਬ ਤੇ ਰੱਬ ਦਾ ਰੂਪ ਸੀ। ਅਖੀਰ ਨੂੰ ਕਿਸੇ ਨੇ ਪੁੱਛ ਹੀ ਲਿਆ, ਮੇਰੇ ਵਰਗੇ ਤੋਂ ਰਹਿ ਨਹੀਂ ਹੁੰਦਾ ਕਈ ਵਾਰੀ। ਕਹਿੰਦੇ, ਮਹਾਰਾਜ, ਮਰਦਾਨੇ ਨਾਲ ਸਾਥ ਬੜਾ ਲੰਮਾ ਸੀ,
ਵੀ ਜਦੋਂ ਹੁਣ ਮਰਦਾਨੇ ਨੂੰ ਤੁਸੀਂ ਅੰਤਮ ਕਿਰਿਆ ਕਰਕੇ ਛੱਡ ਕੇ ਆਇਓ, ਤੁਹਾਡੇ ਮਨ ਨੂੰ ਅਸਰ ਨਹੀਂ ਹੋਇਆ? ਤੇ ਮਹਾਰਾਜ ਸਾਹਿਬ ਕਹਿਣ ਲੱਗੇ, ਭਾਈ ਗੁਰਸਿੱਖੋ, ਇਹ ਠੀਕ ਹੈ ਕਿ ਮਰਦਾਨਾ ਜੀ ਚਲੇ ਗਏ, ਪਰ ਆਪਾਂ ਜਿੰਨੇ ਬੈਠੇ ਆ, ਆਪਾਂ ਕਿਹੜਾ ਰਹਿਣਾ ਹੈ? ਜੇ ਮੈਂ ਅੱਜ ਮਰਦਾਨੇ ਨੂੰ ਰੋਵਾਂਗਾ ਤੇ ਕੱਲ ਨੂੰ ਕੋਈ ਹੋਰ ਜਾਏਗਾ, ਫਿਰ ਤੇ ਮੈਨੂੰ ਇਹੀ ਕੰਮ ਰਹੇਗਾ। ਇਸ ਕਰਕੇ ਭਾਵੇਂ ਹੱਸ ਲਓ, ਭਾਵੇਂ ਰੋ ਲਓ, ਪਰ ਇਹ ਸਮਾਂ ਨਹੀਂ ਟਲਣਾ। ਨਾ ਇਹ ਸਮਾਂ ਕਿਸੇ ਤੋਂ ਟਲਿਆ ਹੈ, ਬਲਕਿ ਇੱਥੇ ਤਾਂ ਜਿਨ੍ਹਾਂ ਨੇ ਇਸ ਸਮੇਂ ਨੂੰ ਟਾਲਣ ਦਾ ਯਤਨ ਕੀਤਾ, ਉੱਥੋਂ ਵੀ ਇਹ ਸਮਾਂ ਰੁਕਿਆ ਨਹੀਂ। ਦੁਰਯੋਧਨ ਨੂੰ ਬਹੁਤ ਸਮਝਾਇਆ ਦੁਆਪਰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਨੇ ਕਿ ਦੁਰਯੋਧਨ, ਇਹ ਪਾਂਡਵ ਰਾਜ ਭਾਗ ਦੇ ਮਾਲਕ ਨੇ, ਤੁਹਾਡਾ ਕੋਈ ਹੱਕ ਨਹੀਂ ਸੀ, ਕਿਉਂਕਿ ਰਾਜ ਭਾਗ ਤੇ ਇਹਨਾਂ ਦਾ ਪਿਓ ਬੈਠਾ ਸੀ। ਪਰ ਚਲੋ ਹੁਣ ਕੋਈ ਕਾਰਨ ਬਣ ਗਿਆ, ਹੁਣ ਤੂੰ ਇਸ ਤਰ੍ਹਾਂ ਕਰ, ਸਾਰਾ ਤਾਂ ਹੁਣ ਨਹੀਂ ਤੂੰ ਵੀ ਦੇ ਸਕਦਾ, ਅੱਧਾ ਰਾਜ ਦੇ ਦੇ। ਕਹਿੰਦਾ ਜੀ ਨਹੀਂ, ਗੱਲ ਮੁੱਕਦੀ, ਕਹਿੰਦੇ ਚੱਲ 5 ਪਿੰਡੀ ਦੇ ਦੇ। ਕਹਿੰਦਾ ਵੀ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ, ਲੜਕੇ ਭਾਵੇਂ ਸਾਰਾ ਲੈ ਲੈਣ। ਉਦੋਂ ਫਿਰ ਕ੍ਰਿਸ਼ਨ ਜੀ ਨੇ ਅਸਲ ਵਿੱਚ ਇਹ ਗੱਲ ਕਹੀ, ਕਹਿੰਦੇ ਤੇਰੇ ਵੱਸ ਨਹੀਂ ਹੈ ਦੁਰਯੋਧਨ, ਦਰਅਸਲ ਇਹ ਤੇਰੇ ਸਿਰ ਤੇ ਹੁਣ ਜਿਹੜਾ ਕਾਲ ਸਵਾਰ ਹੋਇਆ ਵਾ ਉਹ ਬੋਲ ਰਿਹਾ ਹੈ। ਫਿਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਇਹ ਬਚਨ ਲਿਖਿਆ, 12 ਜੋਜਨ ਛਤਰ ਚੱਲੇ ਥਾ। ਜਦੋਂ ਦੁਰਯੋਧਨ ਘਰੋਂ ਨਿਕਲਦਾ ਸੀ, 12 ਕੋਹ ਤੱਕ ਪਹਿਲਾਂ ਛਤਰ ਚਲਿਆ ਜਾਂਦਾ ਸੀ, ਭਾਵ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਹਸਤਨਾਪੁਰ ਦਾ ਰਾਜਾ ਤੁਰਨ ਲੱਗਿਆ ਹੈ। ਪਰ ਜਦੋਂ ਇਸ ਮੌਤ ਨੇ ਆ ਕੇ ਚੋਟ ਮਾਰ ਦਿੱਤੀ, ਜਿਹਦੇ ਸਿਰ ਤੇ 12 ਕੋਹ ਤੱਕ ਛਤਰ ਝੁੱਲਦਾ ਸੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਦੇਹੀ ਗਿਰਜਨ ਖਾਈ। ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਲਾਸ਼ ਪਈ ਹੈ, ਤੇ ਹੁਣ ਜਿਹੜਾ ਮਾਸ ਹੈ, ਗਿਰਜਾਂ ਦਾ ਕੰਮ ਹੀ ਮਾਸ ਖਾਣਾ ਹੁੰਦਾ ਹੈ, ਪਰ ਦੁਰਯੋਧਨ ਦੇ ਸਰੀਰ ਦੇ ਨੇੜੇ ਗਿਰਜਾਂ ਵੀ ਨਹੀਂ ਗਈਆਂ। ਇਸ ਕਰਕੇ 12 ਜੋਜਨ ਛਤਰ ਚੱਲੇ ਥਾ, ਦੇਹੀ ਗਿਰਜ ਨ ਖਾਈ। ਸਰਬ स्वयं की लंका होती रावण से अधकाई। ਤੇ ਜੇ ਪਿਛਲੇ ਯੁੱਗ ਵਿੱਚ ਚਲੇ ਜਾਈਏ ਤਾਂ ਮਹਾਰਾਜ ਕਹਿੰਦੇ ਉੱਥੇ ਰਾਵਣ ਸੀ, ਹਾਲਾਂਕਿ ਵਿਦਵਾਨ ਬੜਾ ਸੀ, ਪਰ ਜਿਹੜੇ ਹੰਕਾਰ ਨੇ ਦੁਰਯੋਧਨ ਨੂੰ ਸਿੱਟਿਆ, ਉਸੇ ਹੰਕਾਰ ਨੇ ਉਹਨੂੰ ਸਿੱਟਿਆ। ਹਰ ਜਿਉ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਤੋ ਇਸ ਕਰਕੇ ਜਿਹੜੀ ਮੌਤ ਹੈ, ਮੌਤ ਦੀ ਯਤਨ ਜਾਂ ਮੌਤ ਦਾ ਸਫ਼ਰ ਗੁਰੂ ਪਿਆਰਿਓ, ਇਹ ਉਸੇ ਦਿਨ ਸ਼ੁਰੂ ਹੋ ਜਾਂਦਾ ਹੈ ਜਦੋਂ ਸਾਡੀ ਆਤਮਾ ਮਾਂ ਦੇ ਪੇਟ ਵਿੱਚ ਆ ਕੇ ਥਾਂ ਲੈ ਲੈਂਦੀ ਹੈ। ਇਹ ਨਹੀਂ ਕਿ ਜਦੋਂ ਜਨਮ ਲੈ ਲਿਆ ਉਸ ਤੋਂ ਬਾਅਦ, ਜਦੋਂ ਤੋਂ ਇਹ ਦੁਨੀਆ ਪਰਮਾਤਮਾ ਨੇ ਦਿਖਾ ਦਿੱਤੀ, ਇੱਕ ਇੱਕ ਦਿਨ ਜਿਹੜਾ ਲੰਘ ਰਿਹਾ ਉਹ ਸਾਡੀ ਮੌਤ ਵੱਲ ਨੂੰ ਵੱਧਦੇ ਕਦਮ ਨੇ। ਮਹਾਰਾਜ ਨੇ ਕਿਹਾ ਕਿ ਮਾਂ ਬੱਚੇ ਨੂੰ ਪਾਲਦੀ ਹੈ, ਉਹਦਾ ਜਨਮ ਦਿਨ ਮਨਾਉਂਦੀ ਹੈ, ਖੁਸ਼ੀਆਂ ਮਨਾਉਂਦੀ ਹੈ, ਪਰ ਕਹਿੰਦੇ ਉਸ ਭੋਲੀ ਮਾਂ ਨੂੰ ਇਹ ਨਹੀਂ ਪਤਾ ਜਿਹੜਾ ਤੂੰ ਸਾਲ ਬਾਅਦ ਇਹ ਖੁਸ਼ੀ ਮਨਾ ਰਹੀ ਆ, ਅਸਲ ਕਹਾਣੀ ਤੇ ਇਹ ਹੈ ਕਿ ਇਹਦੀ 1 ਸਾਲ ਉਮਰ ਘਟ ਗਈ ਹੈ। ਤੁਸੀਂ ਇਹ ਦੇਖੋ, ਕੁਦਰਤ ਦਾ ਬਿਰਦ ਹੈ।
बचपन दे विच, जवानी दे विच मौत नहीं चेते आउंदी। जदों बंदा बुढ़ापे वाल नूं वधदा है तां मौत चेते आउण लग जांदी है। जवानी तक गज बज के जन्मदिन मनाउंदा है, ते जदों किते बुढ़ेपे दे विच आके कोई कह भी दवे भी अज जन्मदिन है, फिर कहंदा हुण काहदे जन्मदिन ने, हुण ते बस तैयारी है, हुण ये जन्मदिन नहीं, हुण ते दिन दिन अवध घटत है, दिन दिन करके ये दिन ते पहर, पहर ते घड़ियां औध कटै तन शीजै, काल इहेरी फिरै बदक ज्यों कहो कबन विद कीजै। महाराज कहंदे इउं इस संसार दे विच पल पल करके साडी उम्र जिहड़ी है वो घट रही है। तो इस करके गुरु प्यारिओ, जदों मरना सच है, जिउना झूठ है, ये गुरु नानक साहब जी ने निर्णय किया। तो गुरु साहब जी ने सानू गुरु ग्रंथ साहब महाराज के रूप दे विच अपने जीवन की कल्याण करन वाला अगाध बोध समुंदर साडा 11वां गुरु सानू साडी अगवाई कर रहे हैं। ते मनुखी जिंदगी की सफलता गुरु ग्रंथ साहब जी के फलसफे ते चलण नाल ही मिलनी है। ते जिंदगी दे विच देखो, सब तो पहला जे कहिए कि सीधा ही कोई ब्रह्म ज्ञानी बन जाता है, ये तो है मुश्किल गल, पर बंदे नूं अपनी जिंदगी विच थोड़ी जी अपनी आप की स्टडी जरूर कर लेनी चाहिए है। मनुख की कमजोरी की है? मनुख वेखदा है दूजे नूं, मनुख मुलंकन करदा है दूजे दे, मनुख हिसाब किताब जिहड़ा दूसरियां दा लाउंदा है। दरअसल मनुख नूं सारा कुछ हिसाब किताब अपना लाउणा चाहिए। इहनूं कहिंदे ने स्वै चिंतन। देखो, सब तो पहली गल, जे मनुखी जिंदगी विच कामयाब होना है तो मनुख नूं अपने अंदर झात मारनी चाहिए है। सब तो पहला ये वेखना चाहिए कि मेरे अंदर कमजोरी किहड़ी गल दी है। परमात्मा ने एक मनुख नूं ऐसी शक्ति दी है कि जदों तुसीं अपने आप वल वेखोगे, तुहाडीआं कमजोरियां अपने आप तुहानूं दिसण लग जाणगीआं। मेरे विच घाट की है, मेरे सुभाव विच की घाट है, मेरे बोलण दे विच, मेरे देखण दे विच कोई। जदों असीं अपने आप नूं वेखांगे तां सानूं वो समा भी याद आ जाऊ कि किहड़े दिन किहड़े समय मैथों किहड़ा काम जिहड़ा वो चंगा नहीं होया। जदों मनुख इस तरीके नाल अपने आप नूं पढ़न लग गया ना, तुसीं याद रखियो कि 80% बंदे दी माड़ी सोच ते माड़े कर्म जिहड़े ने वो खत्म होने शुरू हो जाते हैं। जे फिर सोच अंदर पैदा होंदी है, क्योंकि देखो जिथों पैदा होनी है उत्थों ही इहदा निर्णय होना। तो जे बंदे इस तरह अपने आप नूं सुधारन दा कोई दूजा नहीं सुधार सकता। देखो, बच्चा स्कूल च पढ़दा है, मास्टर भावें जिन्ने मर्जी चंगे होण, जे बच्चा ना पढ़दा होवे अखीर नूं मास्टर कह ही दिंदे ने भी देखो हुण मैं इहदा की कर सकदा जी, मैं तो पढ़ा ही सकदा जी। कहण दा मतलब यह आ कि गुरु सानू सिक्ख्या दिंदा है, ते सिक्ख्या असीं लैणी है। सिक्ख्या तां ही ले पावांगे जे अंदर खाली होऊगा सिक्ख्या लैण वास्ते। महाराज कहंदे जो जाना है मैं कथ नहीं करता, व्यापारी बसदा जो फिरता, जो जाना हो भगत ज्ञानी, आगे ठाकर तेली मरनी। गुरु की गल समझ उदों आउण लगनी है जदों बंदा अपनी समझ नूं थोड़ी जी नीवी कर लवे, जदों उहनूं ये लगन लग जाए कि नहीं कि मैं इत्थे गलत हाँ। जदों असीं अपने आप नूं वेखण लग जाइए अंदर नूं, तां साध संगत अंदरली लिस्ट सामने आ जाती है साडे, मेरे विच किहड़ी किहड़ी कमजोरी है।
ਅਸਲ ਵਿੱਚ ਜਦੋਂ ਬੰਦਾ ਆਪਣੀ ਕਮਜ਼ੋਰੀ ਤੱਕਣ ਲੱਗ ਗਿਆ, ਸਮਝ ਲਓ ਕਿ ਉਹਦੀਆਂ ਕਮਜ਼ੋਰੀਆਂ ਤਾਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਉਸ ਦਿਨ ਤੋਂ। ਫਿਰ ਤਾਂ ਕਿਤੇ ਭੁੱਲੇ ਚੁੱਕੀ ਬੰਦੇ ਤੇ ਕੋਈ ਗੱਲ ਹੋ ਜਾਵੇ ਵੱਖਰੀ ਗੱਲ ਹੈ। ਅਸਲ ਦੇ ਵਿੱਚ ਇਸ ਤਰ੍ਹਾਂ, ਔਰ ਜਦੋਂ ਅੰਦਰ ਦੀ ਅਵਸਥਾ ਇਹ ਬਣ ਜਾਵੇ ਤੇ ਫਿਰ ਉੱਪਰੋਂ ਗੁਰੂ ਦਾ ਉਪਦੇਸ਼ ਮਿਲੇ ਨਾ, ਤੇ ਫਿਰ ਸਮਝ ਲਓ ਕਿ ਉਸ ਜ਼ਿੰਦਗੀ ਵਰਗਾ ਅੰਮ੍ਰਿਤ ਕੋਈ ਨਹੀਂ। ਪਰ ਹੁਣ ਹਾਲਾਤ ਇਹ ਆ, ਅਸੀਂ ਗੁਰੂ ਦੀ ਗੱਲ ਵੀ ਸੁਣਦੇ ਹਾਂ ਪਰ ਆਪਣੀ ਵੀ ਨਹੀਂ ਛੱਡਦੇ। ਸਾਡੀ ਹਾਲਤ ਇਹ ਹੈ, ਪ੍ਰੋਬਲਮ ਇਹ ਹੈ। ਜਿੰਨੀ ਕੁ ਦੇਰ ਤੱਕ ਗੁਰੂ ਕੋਲ ਬਹਿੰਦੇ ਹਾਂ, ਗੁਰੂ ਦੀ ਗੱਲ ਸੁਣਦੇ ਹਾਂ, ਤੇ ਅਸਰ ਵੀ ਹੁੰਦਾ ਹੈ। ਵਿਦਾਂਤ ਇਹ ਗੱਲ ਕਹਿੰਦਾ ਹੈ, ਜਿਹੜੇ ਵੇਦਾਂ ਦੇ ਤਾਰ ਸਾਰ ਅੰਸ਼ ਜਿਹਨੂੰ ਕਿਹਾ ਜਾਂਦਾ, ਇਹਨੂੰ ਵਿਦਾਂਤ ਕਿਹਾ ਹੈ। ਤੋ ਜ਼ਿੰਦਗੀ 'ਚ ਦਾਸ ਨੂੰ ਸਮਾਂ ਮਿਲਿਆ ਪੜ੍ਹਨ ਦਾ ਆਪਣੇ ਪਿਤਾ ਜੀ ਕੋਲੋਂ, ਉਹ ਕਹਿੰਦਾ ਮਨੁੱਖ ਦੇ 2-3 ਤਰ੍ਹਾਂ ਦੇ ਨੇ। ਇੱਕ ਮਨੁੱਖ ਹੈ ਚਮੜੇ ਵਰਗਾ, ਇੱਕ ਮਨੁੱਖ ਹੈ ਪੱਥਰ ਵਰਗਾ, ਇੱਕ ਮਨੁੱਖ ਹੈ ਬਿਰਤੀ ਤੇਲ ਵਰਗੀ। ਕਹਿੰਦੇ ਚਮੜੇ ਦੇ ਵਿੱਚ ਕੀ ਹੈ, ਉਹਦੇ 'ਚ ਮੇਖ ਮਾਰ ਦਿਓ ਚਮੜੇ 'ਚ, ਉਹ 'ਚ ਸਰਾਖ ਉਨੀ ਦੇਰ ਰਹੂਗਾ ਜਿੰਨੀ ਦੇਰ ਮੇਖ ਜਿਹੜੀ ਆ ਉਸ ਚਮੜੇ ਦੇ ਵਿੱਚ ਹੈ। ਮੇਖ ਨੂੰ ਵਿੱਚੋਂ ਕੱਢ ਲਿਓ ਤੇ ਉਹ ਸਰਾਖ ਬੰਦ ਹੋ ਜਾਣਾ। ਇੱਕ ਸਿੱਖ ਇਸ ਤਰ੍ਹਾਂ ਦਾ ਹੈ, ਜੇ ਗੁਰੂ ਦੇ ਕੋਲ ਰਹੂਗਾ, ਗੁਰੂ ਦੇ ਸਨਮੁਖ ਰਹੂਗਾ, ਉਹਦੇ ਤੇ ਗੁਰੂ ਦਾ ਅਸਰ ਰਹੂਗਾ। ਤੇ ਇੱਕ ਪੱਥਰ ਦੀ ਨਿਆਈ ਹੈ, ਪੱਥਰ ਨੂੰ ਪਾਣੀ ਵਿੱਚ ਡੋਬੀ ਰੱਖੋ, ਉਨੀ ਦੇਰ ਹੀ ਭਿੱਜਿਆ ਰਹੇਗਾ ਜਿੰਨੀ ਦੇਰ ਉਹ ਪਾਣੀ ਦੇ ਵਿੱਚ ਹੈ। ਪਾਣੀ ਤੋਂ ਪਰੇ ਹੋਇਆ ਨਹੀਂ ਤੇ ਉਹਨੇ ਪਾਣੀ ਸੁੱਕਿਆ ਨਹੀਂ। ਕੁਝ ਸਮੇਂ ਲਈ ਗੁਰੂ ਕੋਲ ਆਉਂਦੇ ਆ ਤੇ ਸਾਡੇ ਤੇ ਅਸਰ ਹੁੰਦਾ ਹੈ। ਪਰ ਇੱਕ ਹੈ, ਜਿਸ ਤਰ੍ਹਾਂ ਪਾਣੀ ਵਿੱਚ 2 ਬੂੰਦਾਂ ਤੇਲ ਦੀਆਂ ਪਾ ਦਿਓ, ਕੁਛ ਕਰ ਲਓ, ਉਹਦੇ ਵਿੱਚੋਂ ਉਹਦੀ ਧੰਦਿਆਈ ਨਹੀਂ ਜਾਣੀ, ਉਹ ਦਿਸਦੀਆਂ ਰਹਿਣਗੀਆਂ ਕਿ ਇਸ ਪਾਣੀ ਦੇ ਵਿੱਚ ਤੇਲ ਪਿਆ ਹੋਇਆ ਹੈ। ਤੋ ਸਾਡੀਆਂ ਬਿਰਤੀਆਂ ਹਜੇ ਭਾਈ ਕਿਤੇ ਨਾ ਕਿਤੇ ਸਾਨੂੰ ਇਹ ਆਪਣੇ ਆਪ ਚਿੰਤਨ ਕਰਨ ਦੀ ਲੋੜ ਹੈ ਕਿ ਸਾਡੀ ਬਿਰਤੀ ਕਿੱਥੇ ਖੜੀ ਹੈ। ਮਹਾਰਾਜ ਕਹਿੰਦੇ ਜੋ ਬ੍ਰਹਮਿੰਡੇ ਸੋਈ ਪਿੰਡੇ, ਜੋ ਬਾਹਰ ਹੈ ਸੋਈ ਅੰਦਰ ਹੈ, ਜੋ ਅੰਦਰ ਹੈ ਉਹੀ ਬਾਹਰ ਹੈ। ਤੋ ਇਸ ਲਈ ਤੇ ਇਹ ਵੀ ਇੱਕ ਤਜਰਬੇ ਵਾਲੀ ਗੱਲ ਹੈ। ਜਿਹੋ ਜਿਹੇ ਅਸੀਂ ਹੋਵਾਂਗੇ ਉਹ ਜੀ ਸਾਡਾ ਸਾਥ ਬਣੂਗਾ ਜ਼ਿੰਦਗੀ ਦੇ ਵਿੱਚ। ਕਦੇ ਇਸ ਦੁਨੀਆ ਦੇ ਵਿੱਚ ਚੋਰ ਔਰ ਸਾਧ ਦਾ ਕਦੇ ਮੇਲ ਹੋ ਹੀ ਨਹੀਂ ਸਕਦਾ, ਉਹ ਇਕੱਠੇ ਨਹੀਂ ਤੁਰ ਸਕਦੇ। ਜਾਂ ਤਾਂ ਸਾਧ ਹੋ ਕੇ ਸਾਧ ਨਾਲ ਤੁਰੇਗਾ ਤੇ ਚੋਰ ਹੋ ਕੇ ਚੋਰ ਨਾਲ ਤੁਰੇਗਾ। ਇਸ ਲਈ ਸਾਨੂੰ ਆਪਣੇ ਆਪ ਨੂੰ ਚਿੰਤਨ ਕਰਨ ਦੀ ਲੋੜ ਹੈ। ਤੋ ਇਹ ਜਿਹੜਾ ਚਿੰਤਨ ਹੈ ਸ਼ੁਰੂ ਕਿੱਥੋਂ ਹੁੰਦਾ ਹੈ? ਜਦੋਂ ਅਸੀਂ ਕਿਸੇ ਦੀ ਮੌਤ ਦੀ ਗੱਲ ਕਰਦੇ ਹਾਂ। ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਮੌਤ ਦਾ ਅਫਸੋਸ ਵੀ ਕਰਦੇ ਹਾਂ, ਸਾਨੂੰ ਮੌਤ ਦਾ ਦੁੱਖ ਵੀ ਲੱਗਦਾ ਹੈ, ਸੰਸਕਾਰਾਂ 'ਤੇ ਵੀ ਜਾਂਦੇ ਹਾਂ, ਭੋਗਾਂ 'ਤੇ ਵੀ ਜਾਂਦੇ ਹਾਂ, ਸਾਰਾ ਕੁਝ ਜਾਣਦੇ ਹੋਏ ਵੀ, ਪਰ ਉਹ ਅਸਰ ਅਸੀਂ ਆਪਣੇ 'ਤੇ ਨਹੀਂ ਰੱਖਦੇ ਕਿ ਇੱਕ ਦਿਨ ਸੋਵਨ ਹੋਏਗੋ ਲਾਂਬੈ ਗੋਂਡ ਪਸਾਰ, ਕਿ ਇਹ ਸਮਾਂ ਇੱਕ ਦਿਨ ਮੇਰੇ 'ਤੇ ਵੀ ਆਉਣਾ ਹੈ। ਭਗਤ ਕਬੀਰ ਸਾਹਿਬ ਦਾ ਮੈਂ ਇੱਕ ਬਚਨ ਕਹਿ ਕੇ ਸਮਾਂ ਸਮਾਪਤ ਕਰਦਾ। ਭਗਤ ਕਬੀਰ ਸਾਹਿਬ ਬੰਦਗੀ ਕਰਨ ਲਈ ਕੀ ਕਰਦੇ ਸੀ? ਉਹ ਜਾ ਕੇ ਸ਼ਮਸ਼ਾਨ ਭੂਮੀ ਵਿੱਚ ਬਹਿ ਜਾਂਦੇ ਸੀ। ਦੂਜਾ, ਜਦੋਂ ਕਬੀਰ ਨੇ ਦੇਖਣਾ ਕਿਸੇ ਦੀ ਮੌਤ ਹੋ ਗਈ, ਭਾਵੇਂ ਜਾਣ ਹੈ, ਪਛਾਣ ਹੈ, ਨਹੀਂ ਹੈ, ਜਿਹਦੀ ਅਰਥੀ ਆ ਗਈ ਕਬੀਰ ਸਾਹਿਬ ਨੇ ਨਾਲ ਹੋ ਤੁਰਨਾ, ਭਾਵੇਂ ਕੋਈ ਵੀ ਜਾਣਨ ਵਾਲਾ ਨਾ ਹੋਵੇ, ਹਰੇਕ ਦੀ ਅਰਥੀ ਦੇ ਨਾਲ ਤੁਰ ਪੈਣਾ। ਤੇ ਹੁਣ ਸਮਾਜ ਦਾ ਸਿਸਟਮ ਇਹ ਹੈ ਵੀ ਇਹ ਸ਼ੁਰੂ ਤੋਂ ਹੀ ਹੈ ਵੀ ਨਾ ਇਹ ਕਿਸੇ ਨੂੰ ਮਾੜਾ ਕੰਮ ਕਰਨ ਦਿੰਦੇ ਨੇ, ਨਾ ਚੰਗਾ ਕਰਨ ਦਿੰਦੇ ਨੇ। ਮਾਂ ਨੂੰ ਜਾ ਕੇ 2-4 ਬੰਦਿਆਂ ਨੇ ਲਾਂਭੇ ਦਿੱਤੇ ਕਿ ਤੇਰਾ ਪੁੱਤ ਤਾਂ ਲੱਗਦਾ ਵੀ ਕਮਲਾ ਹੀ ਹੋ ਗਿਆ। ਉਹ ਕਹਿੰਦੀ ਕਿਉਂ? ਕਹਿੰਦੇ ਉਹਨੂੰ ਇਹ ਨਹੀਂ ਪਤਾ, ਜਿਹਦੇ ਨਾਲ ਤੁਹਾਡਾ ਕੋਈ ਸ਼ਰੀਕਾ ਕਬੀਲਾ ਨਹੀਂ, ਜਿਹਦੇ ਨਾਲ ਤੁਹਾਡੀ ਜਾਣ ਪਛਾਣ ਨਹੀਂ, ਜਿਹਦੀ ਅਰਥੀ ਆਉਂਦੀ ਹੈ ਉਹਦੇ ਨਾਲ ਹੋ ਤੁਰਦਾ। ਔਰ ਉੱਥੇ ਐ ਜਾ ਕੇ ਸ਼ਮਸ਼ਾਨ ਭੂਮੀ ਵਿੱਚ ਕਿਰਿਆ ਕਰਮ ਦੇ ਵਿੱਚ ਇਸ ਤਰੀਕੇ ਨਾਲ ਅੰਤਮ ਕਿਰਿਆ ਕਰਾਉਂਦਾ ਜਿਵੇਂ ਉਹਨਾਂ ਦਾ ਇਹ ਪਰਿਵਾਰ ਦਾ ਸੰਬੰਧੀ ਹੋਵੇ।
ਤੋ ਇਹ ਝੱਲਾ ਨਹੀਂ ਤਾਂ ਹੋਰ ਕੀ ਹੈ। ਮਾਂ ਨੂੰ ਜਦੋਂ ਦੁੱਖ ਲੱਗਿਆ ਇਸ ਗੱਲ ਦਾ, ਮਾਂ ਨੇ ਕਿਹਾ ਕਬੀਰ ਕੰਮ ਤੂੰ ਕੋਈ ਨਹੀਂ ਕਰਦਾ, ਮੈਂ ਤੈਨੂੰ ਕਦੇ ਅਲੰਭਾ ਨਹੀਂ ਦਿੱਤਾ, ਪਰ ਹੁਣ ਕਮ ਸੇ ਕਮ ਆਹੀ ਕਸਰ ਬਾਕੀ ਰਹਿੰਦੀ ਸੀ ਵੀ ਹੁਣ ਤੂੰ ਇਸ ਪੱਧਰ ਦੀ ਸਾਡੀ ਬੇਇੱਜ਼ਤੀ ਕਰਾਏਂਗਾ। ਕਬੀਰ ਸਾਹਿਬ ਕਹਿਣ ਲੱਗੇ ਮਾਤਾ ਕੀ ਹੋਇਆ? ਕਹਿੰਦੇ ਤੂੰ ਲੋਕ ਮਰਦੇ ਨੇ ਜਿਨ੍ਹਾਂ ਨਾਲ ਕੋਈ ਆਪਣਾ ਸੰਬੰਧ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਮੈਨੂੰ ਪਤਾ ਲੱਗਿਆ ਕਿ ਤੂੰ ਜਣੇ ਖਣੇ ਦੀ ਅਰਥੀ ਦੇ ਨਾਲ ਤੁਰ ਪੈਂਦਾ ਔਰ ਫਿਰ ਸਾਰੀ ਕਿਰਿਆ ਉੱਥੇ ਜਾ ਕੇ ਕਰਵਾਉਣਾ, ਔਰ ਬਲਕਿ ਹੱਦ ਤੱਕ ਕਬੀਰ ਕਹਿੰਦੇ ਇੱਥੋਂ ਤੱਕ ਹੋ ਗਈ ਵੀ ਜਿਹਦਾ ਸੰਬੰਧੀ ਚੜ੍ਹਾਈ ਕੀਤਾ ਹੁੰਦਾ ਉਹ ਵੀ ਸੰਸਕਾਰ ਕਰਕੇ ਵਾਪਸ ਮੁੜ ਜਾਂਦੇ ਨੇ, ਤੂੰ ਉੱਥੇ ਬੈਠਾ ਰਹਿਣਾ। ਕਿਸੇ ਦੀ ਮਾਂ, ਕਿਸੇ ਦਾ ਬਾਪ, ਕਿਸੇ ਦਾ ਭਾਈ, ਉਹ ਸਾਰੇ ਅੰਤਮ ਕਿਰਿਆ ਕਰਕੇ ਘਰ ਨੂੰ ਵਾਪਸ ਆ ਜਾਂਦੇ ਨੇ। ਮੈਨੂੰ ਉਲਾਂਭਾ ਇਹ ਮਿਲਿਆ ਵੀ ਤੇਰਾ ਪੁੱਤ ਹੀ ਰਹਿ ਜਾਂਦਾ ਇਕੱਲਾ ਉੱਥੇ ਮੜੀਆਂ ਦੇ ਵਿੱਚ, ਵੀ ਤੂੰ ਕਰਦਾ ਕੀ ਹੈ? ਤੈਨੂੰ ਪਤਾ ਵੀ ਸਮਾਜ ਕੀ ਕਹਿ ਰਿਹਾ ਹੈ? ਭਗਤ ਕਬੀਰ ਸਾਹਿਬ ਕਹਿੰਦੇ ਮਾਤਾ ਇਹ ਲੋਕਾਂ ਨੂੰ ਨਹੀਂ ਪਤਾ, ਮੈਂ ਤਾਂ ਵਪਾਰ ਕਰਦਾ। ਮਾਂ ਕਹਿਣ ਲੱਗੀ ਹੱਦ ਹੋ ਗਈ, ਇਹ ਕਿਹੜਾ ਤੇਰਾ ਕਾਰੋਬਾਰ ਹੈ ਵੀ ਜਿਹੜਾ ਮਰਿਆਂ ਦੇ ਨਾਲ ਹੀ ਚੱਲਦਾ? ਇਹ ਪਹਿਲੀ ਵਾਰ ਮੈਂ ਸੁਣ ਰਹੀ ਹਾਂ। ਇਸ ਵਪਾਰ 'ਚੋਂ ਮਿਲਦਾ ਕੀ ਹੈ? ਕਹਿੰਦੇ ਮਾਤਾ ਹੀਰੇ ਜਵਾਹਰ ਲਾਲ। ਮਾਤਾ ਕਹਿੰਦੀ ਵੀ ਚੰਗਾ ਫਿਰ ਐਂ ਕਰੀ, ਹੁਣ ਜਿੱਦਣ ਕਿਸੇ ਦੀ ਮੌਤ ਤੇ ਤੂੰ ਗਿਆ ਨਾ, ਮੈਨੂੰ ਲਿਆ ਕੇ ਦਿਖਾਈ। ਕਹਿੰਦੇ ਮੌਤ ਹੋਵੇ ਨਾ ਹੋਵੇ ਮਾਤਾ, ਮੈਂ ਤਾਂ ਸ਼ਮਸ਼ਾਨ ਭੂਮੀ 'ਚ ਰੋਜ਼ ਹੀ ਜਾਣਾ ਹੁੰਦਾ। ਕਬੀਰ ਸਾਹਿਬ ਗਏ ਤੇ ਸ਼ਾਮ ਨੂੰ ਵਾਪਸ ਆ ਗਏ ਤੇ ਮਾਂ ਕਹਿੰਦੀ ਲਿਆ ਦਿਖਾ ਹੁਣ ਜਿਹੜੇ ਹੀਰੇ ਜਵਾਹਰ ਲਿਆਏ ਉੱਥੋਂ ਖੱਟ ਕੇ। ਕਬੀਰ ਸਾਹਿਬ ਕਹਿੰਦੇ ਮਾਤਾ ਲੈ ਕੇ ਤਾਂ ਮੈਂ ਬਹੁਤ ਆਇਆ, ਪਰ ਮੈਨੂੰ ਲੱਗਦਾ ਤੇਰੇ ਕੋਲ ਉਹ ਅੱਖ ਨਹੀਂ ਜਿਹਦੇ ਨਾਲ ਤੂੰ ਉਹਨਾਂ ਨੂੰ ਪਰਖ ਸਕੇ ਔਰ ਦੇਖ ਸਕੇ। ਕਹਿੰਦੀ ਫਿਰ ਗੱਲ ਉਹੀ ਹੋ ਗਈ ਨਾ ਜਿਹੜਾ ਕੋਈ ਲੋਕ ਕਹਿੰਦੇ ਨੇ। ਕਹਿੰਦੇ ਮਾਤਾ ਸੁਣ ਲੈ ਫਿਰ ਗੱਲ, ਮੈਂ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਪਰਮੇਸ਼ਰ ਦੀ ਬੰਦਗੀ ਕਰਦਾ, ਸਿਮਰਨ ਕਰਦਾ। ਮਾਂ ਕਹਿੰਦੀ ਇਹੀ ਟਿਕਾਣਾ ਰਹਿ ਗਿਆ? ਜੰਗਲ ਮੁੱਕ ਗਏ, ਕੋਈ ਭੋਰਿਆਂ 'ਚ ਬੈਠਾ ਹੈ, ਕੋਈ ਜੰਗਲਾਂ 'ਚ ਬੈਠਾ ਹੈ, ਕੋਈ ਸਮਾਧੀਆਂ ਲਾਈ ਬੈਠਾ। ਇਹ ਤੇਰੀ ਕਿਹੋ ਜਿਹੀ ਭਗਤੀ ਹੈ ਜਿਹੜੀ ਜਾ ਕੇ ਮੜੀਆਂ ਦੇ ਵਿੱਚ ਹੁੰਦੀ ਹੈ? ਕਹਿੰਦੇ ਮਾਤਾ ਇਸ ਭਗਤੀ ਵਰਗਾ ਆਨੰਦ ਹੀ ਕੋਈ ਨਹੀਂ। ਕਹਿੰਦੀ ਉਹ ਕਿਉਂ? ਕਹਿੰਦੀ ਜਦੋਂ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਕਿਸੇ ਦੀ ਅਰਥੀ ਨਾਲ ਤੁਰਦਾ ਮਾਤਾ, ਉਦੋਂ ਮੈਨੂੰ ਲੱਗਦਾ ਕਿ ਕਬੀਰ ਇੱਕ ਦਿਨ ਤੂੰ ਵੀ ਇਸੇ ਤਰ੍ਹਾਂ ਅਰਥੀ ਤੇ ਪੈਣਾ ਕਿ ਆਖੋ ਸਤਿਨਾਮ। ਜਦੋਂ ਮੈਂ ਕਿਸੇ ਨੂੰ ਅਰਥੀ ਤੇ ਪਿਆ ਵੇਖਦਾ ਤਾਂ ਮੈਨੂੰ ਆਪਣਾ ਸੀਨ ਯਾਦ ਆਉਂਦਾ ਹੈ ਮਾਤਾ, ਉਦੋਂ ਮੇਰਾ ਸੰਸਾਰ ਛੁੱਟ ਜਾਂਦਾ, ਉਦੋਂ ਮੇਰੇ ਅੰਦਰ ਕੇਵਲ ਤੇ ਕੇਵਲ ਨਿਰੰਕਾਰ ਵਸਦਾ ਹੈ। ਫਿਰ ਮੈਂ ਸ਼ਮਸ਼ਾਨ ਭੂਮੀ ਵਿੱਚ ਜਾਣਾ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਜਦੋਂ ਮੈਂ ਲਟ ਲਟ ਕਰਕੇ ਉੱਥੇ ਸ਼ਮਸ਼ਾਨ ਭੂਮੀ ਵਿੱਚ ਮੁਰਦੇ ਨੂੰ ਸੜਦਾ ਵੇਖਦਾ ਹੱਥੀਂ, ਤੇ ਮੈਨੂੰ ਲੱਗਦਾ ਕਿ ਕਬੀਰ ਇੱਕ ਦਿਨ ਤੇਰਾ ਸਮਾਂ ਵੀ ਇਹ ਬਹੁਤ ਨੇੜੇ ਹੈ, ਆਉਣ ਵਾਲਾ ਹੈ। ਮਾਤਾ ਸੱਚ ਇਹ ਹੈ ਕਿ ਮੌਤ ਨੂੰ ਯਾਦ ਕਰਕੇ ਜਿਹੜਾ ਰੱਬ ਨੂੰ ਯਾਦ ਕਰਨ ਦਾ ਨਜ਼ਾਰਾ ਹੈ ਉਹ ਦੁਨੀਆ ਦੇ ਵਿੱਚ ਕਿਤੇ ਹੋਰ ਮਿਲਦਾ ਹੀ ਨਹੀਂ। ਜਿੰਨਾ ਮਨ ਮੌਤ ਨੂੰ ਵੇਖ ਕੇ ਰੱਬ ਨਾਲ ਜੁੜਦਾ ਹੈ, ਬਾਕੀ ਦਾ ਤਾਂ ਸਮਾਂ ਮਾਤਾ ਰੱਬ ਦੇ ਨਾਲੋਂ ਤੋੜਨ ਵਾਲਾ ਸਮਾਂ ਹੈ। ਤੋ ਇਸ ਕਰਕੇ ਭਗਤ ਰਵਿਦਾਸ ਜੀ ਨੂੰ ਪੁੱਛਿਆ ਕਿ ਭਗਤ ਜੀ ਮੌਤ ਦੇ ਸੰਬੰਧ ਵਿੱਚ ਤੁਸੀਂ ਕੀ ਸੋਚਦੇ ਹੋ? ਭਗਤ ਰਵਿਦਾਸ ਜੀ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤਹਿ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਕਹਿੰਦੇ ਮੈਂ ਉਸ ਦੇਸ਼ ਦੇ ਵਿੱਚ ਜਾ ਕੇ ਵਸਣਾ ਬੇਗਮਪੁਰਾ, ਜਿੱਥੇ ਬੇਗਮ, ਜਿੱਥੇ ਕੋਈ ਗਮ ਨਹੀਂ ਹੈ, ਜਿੱਥੇ ਕੋਈ ਦੁੱਖ ਨਹੀਂ ਹੈ, ਜਿੱਥੇ ਕੋਈ ਟੈਕਸ ਮੰਗਣ ਵਾਲਾ ਨਹੀਂ ਹੈ, ਜਿੱਥੇ ਕੋਈ ਦੁੱਖ ਦੇਣ ਵਾਲਾ ਨਹੀਂ। ਇਸ ਕਰਕੇ ਉਹ ਕੇਵਲ ਤੇ ਕੇਵਲ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਚਰਨ ਹਨ। ਕਬੀਰ ਚਰਨ ਕਮਲ ਕੀ ਮੌਜ ਕੋ ਕਹੁ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ।
ਤੋ ਇਸ ਤਰ੍ਹਾਂ ਸਾਧ ਸੰਗਤ ਸਰਦਾਰ ਦਲਜੀਤ ਸਿੰਘ ਜੀ ਦੀ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਵਨ ਜਾਪ ਉਹਨਾਂ ਦੀ ਯਾਦ ਦੇ ਵਿੱਚ ਕਰਾਏ। ਤੋ ਇਸ ਕਰਕੇ ਕਿਆ ਜਾਣਾ ਕਿ ਮਰਹੈਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵੀਸਰੈ ਤਾਂ ਸਹਿਲਾ ਮਰਨਾ ਹੋਏ। ਤੋ ਮੌਤ ਨੇ ਆਪਣੇ ਸਮੇਂ ਅਨੁਸਾਰ ਇਹਨੇ ਟਲਣਾ ਨਹੀਂ, ਤੋ ਇਹਨੇ ਆ ਜਾਣਾ ਹੈ। ਤੋ ਇਹ ਪਰਮਾਤਮਾ ਦਾ ਹੁਕਮ ਹੈ। ਤੇ ਗੁਰੂ ਜੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਮਾਂ ਨਹੀਂ ਆਉਂਦਾ ਸੰਸਾਰ ਦੇ ਵਿੱਚ ਤੁਹਾਨੂੰ ਕੋਈ ਕੱਖ ਨਹੀਂ ਵਿਗਾੜ ਸਕਦਾ, ਤੇ ਜਦੋਂ ਸਮਾਂ ਆ ਗਿਆ ਤੇ ਫਿਰ ਪਤਾ ਵੀ ਨਹੀਂ ਲੱਗਦਾ ਹੈ। ਤੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਵਾਕ ਹੈ, ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ, ਧੰਦਾ ਪਿਟਿਓ ਭਾਈ ਉਹ ਤੁਮ ਕੂੜ ਕਮਾਵੋ, ਉਹ ਨਾ ਸੁਣੇ ਕਤ ਹੀ ਤੁਮ ਲੋਕ ਸੁਣਾਵੋ, ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ, ਜੇ ਕਰ ਬੁਝੇ ਆਪਣਾ ਤਾਂ ਨੀਂਦ ਨਾ ਹੋਏ। ਤੋ ਇਸ ਕਰਕੇ ਇਹ ਸੰਸਾਰ ਦੇ ਵਿੱਚ ਇਹ ਮੌਤ ਨੇ ਤੇ ਗੁਰੂ ਸਾਹਿਬਾਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਅਕਾਲ ਪੁਰਖ ਵਾਹਿਗੁਰੂ ਨੇ ਇਸ ਨਿਰੰਜਨੀ ਜੋਤ ਨੂੰ 10 ਸਰੀਰਾਂ ਦੇ ਅੰਦਰ ਰੱਖਿਆ। ਪਰ ਕਮਾਲ ਦੀ ਗੱਲ ਹੈ ਕਿ ਜਦੋਂ ਅਸੀਂ ਹਿਸਟਰੀ ਪੜ੍ਹਦੇ ਹਾਂ ਤੇ ਸੰਸਾਰੀ ਪੱਧਰ ਤੇ ਗੁਰੂ ਸਾਹਿਬਾਨਾਂ ਜੀ ਦੇ ਸਰੀਰ ਦਾ ਉਮਰ ਦਾ ਤਕਾਜ਼ਾ ਲੱਗਦਾ ਹੈ ਤਾਂ ਕੇਵਲ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜਿਨ੍ਹਾਂ ਦੀ ਸਭ ਤੋਂ ਵਡੇਰੀ ਉਮਰ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੀ 70 ਸਾਲ ਵੀ ਪੂਰੇ ਨਹੀਂ ਸਨ। ਬਾਕੀ ਗੁਰੂ ਸਾਹਿਬਾਨਾਂ ਦੀ ਜਿਹੜੀ ਆਯੂ ਹੈ ਉਹ 45 ਤੋਂ ਲੈ ਕੇ ਤਕਰੀਬਨ 55 ਸਾਲ ਦੇ ਵਿੱਚ ਸਾਰੇ ਗੁਰੂ ਸਾਹਿਬਾਨਾਂ ਨੇ ਸਰੀਰ ਤਿਆਗ ਦਿੱਤਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਤੋ ਜਿਨ੍ਹਾਂ ਨੇ ਤਾਂ 8 ਸਾਲ ਦੀ ਵੀ ਉਮਰ ਪੂਰੀ ਨਹੀਂ ਸੀ। ਤੋ ਇਸ ਕਰਕੇ ਇਸ ਗੁਰੂ ਨਾਨਕ ਦੇ ਘਰ ਨੇ ਸੰਸਾਰ ਨੂੰ ਉਪਦੇਸ਼ ਦਿੱਤਾ ਹੈ ਕਿ ਇੱਥੇ ਉਮਰਾਂ ਦਾ ਕੋਈ ਤਕਾਜ਼ਾ ਨਹੀਂ, ਇੱਥੇ ਲੰਮੀਆਂ ਉਮਰਾਂ ਭੋਗਣ ਦਾ ਵੀ ਕੋਈ ਫਾਇਦਾ ਨਹੀਂ। ਗੱਲ ਇਹ ਹੈ ਕਿ ਛੋਟੀ ਉਮਰ ਵਿੱਚ ਉਸ ਅਕਾਲ ਪੁਰਖ ਦੀ ਦਾਤ ਮਿਲ ਗਈ ਤੇ ਇਹ ਜੀਵਨ ਸਫਲਾ ਹੈ। ਤੋ ਮਨੁੱਖੀ ਜ਼ਿੰਦਗੀ ਇੱਕ ਐਸਾ ਵਰਤਾਰਾ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ। ਤੋ ਠੀਕ ਹੈ ਕਿ ਅਸੀਂ ਪਰਿਵਾਰਾਂ ਦੀ ਗ੍ਰਸਤ ਦੀ ਆਪਣੀ ਜ਼ਿੰਮੇਵਾਰੀਆਂ ਵੀ ਨਿਭਾਈਏ। ਦੇਖੋ ਬੱਚਿਆਂ ਨੂੰ ਪੜ੍ਹਾਉਣਾ, ਬੱਚਿਆਂ ਦੀ ਪੈਦਾਇਸ਼ ਤੇ ਉਹਨਾਂ ਦੇ ਵਿਆਹ ਸ਼ਾਦੀਆਂ, ਇਹ ਠੀਕ ਹੈ ਕਿ ਇੱਥੇ ਹਰ ਇੱਕ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਜੇ ਤਾਂ ਮਾਤਾ ਪਿਤਾ ਸਿਰਫ ਇੱਥੇ ਤੱਕ ਆ ਕੇ ਆਪਣੀ ਗੱਲ ਨੂੰ ਸਮਾਪਤ ਕਰ ਲੈਣ ਫਿਰ ਤਾਂ ਰੱਬ ਵਾਲੇ ਪਾਸੇ ਤੁਰਿਆ ਜਾ ਸਕਦਾ। ਪਰ ਇਹ ਸੰਸਾਰ ਦੀ ਮੋਹ ਮਾਇਆ ਦੀ ਮਮਤਾ ਦੀ ਖੇਡ ਐਸੀ ਹੈ ਕਿ ਬੰਦਾ ਪੋਤਰਿਆਂ ਵਾਲਾ ਤੇ ਉਹ ਤੋਂ ਅੱਗੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਦਿਨ ਸਮਾਂ ਐਸਾ ਆਉਂਦਾ ਹੈ, ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹੈ, ਜਿਹਬਾ ਬਚਨ ਸੁਧ ਨਹੀਂ ਰਿਕਸੈ, ਤਬਰੇ ਧਰਮ ਕੀ ਆਸ ਕਰ। ਜਿਹੜੇ ਲੋਕ ਕਹਿੰਦੇ ਮਹਾਰਾਜ ਕਹਿੰਦੇ ਇਹ ਸੋਚਦੇ ਨੇ ਕੋਈ ਨਹੀਂ ਹਜੇ ਉਮਰ ਬਥੇਰੀ ਪਈ ਆ, ਵਡੇਪੇ ਵਿੱਚ ਜਾ ਕੇ ਨਾਮ ਜਪ ਲਾਂਗੇ। ਮਹਾਰਾਜ ਕਹਿੰਦੇ ਉਦੋਂ ਤਾਂ ਜਿਹੜਾ ਕੰਨਾਂ 'ਚੋਂ ਸੁਣਨਾ ਵੀ ਬੰਦ ਹੋ ਜਾਣਾ, ਜਿਹਬਾ ਤੇ ਬੋਲ ਨਹੀਂ ਹੋਣਾ, ਸਰੀਰ ਕੰਬਣ ਲੱਗ ਜਾਣਾ। ਮਤ ਆਸ ਕਰਕੇ ਫਿਰ ਤੂੰ ਉਸ ਅਵਸਥਾ ਵਿੱਚ ਜਾ ਕੇ ਧਰਮ ਕਮਾ ਸਕਦਾ ਹੈ। ਤੋ ਇਸ ਕਰਕੇ ਉਮਰ ਉਹਾ ਵਿੱਚ ਲਿਖੇ ਜੋ ਯਾਦ ਸਾਈਂ ਵਿੱਚ ਗੁਜ਼ਰੇ। ਤੋ ਅਸੀਂ ਗੁਰੂ ਦੀ ਸੰਗਤ ਕਰੀਏ, ਗੁਰਬਾਣੀ ਪੜ੍ਹੀਏ। ਤੋ ਸਾਧ ਸੰਗਤ ਗੁਰਬਾਣੀ ਸਾਡਾ ਆਸਰਾ ਹੈ। ਤੋ ਕਮ ਸੇ ਕਮ ਸਾਨੂੰ ਇੱਕ ਜ਼ਿੰਦਗੀ ਵਿੱਚ ਇਹ ਫੈਸਲਾ ਕਰਨਾ ਚਾਹੀਦਾ, ਤੁਸੀਂ ਜਿੰਨੀ ਵੀ ਗੁਰਬਾਣੀ ਪੜ੍ਹਦੇ ਹੋ, ਜਿੰਨਾ ਨਿਤਨੇਮ ਕਰਦੇ ਹੋ, ਉਹਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ। ਤੇ ਜਦੋਂ ਅਸੀਂ ਇਸ ਤਰ੍ਹਾਂ ਸਾਚੇ ਨਾਮ ਕੀ ਲਾਗੈ ਭੂਖ, ਮਹਾਰਾਜ ਕਹਿੰਦੇ ਜਦੋਂ ਤੈਨੂੰ ਇਹ ਭੁੱਖ ਲੱਗਣ ਲੱਗ ਗਈ ਸਮਝ ਲਈ ਤੇਰਾ ਇਹ ਜਨਮ ਜਿਹੜਾ ਹੈ ਸਿੱਧੇ ਰਾਹ ਤੇ ਪੈ ਗਿਆ। ਤੋ ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ, ਬੋਲਦਿਆਂ ਕੋਲੋਂ ਕੋਈ ਅੱਖਰ ਬਾਤ ਕਾਟ ਜੋ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਕਹਿਣ ਦੇ ਯੋਗ ਨਾ ਹੋਵੇ, ਕਿਹਾ ਗਿਆ ਹੋਵੇ, ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸੋ ਸੁਖਮਨੀ ਸਾਹਿਬ ਜੀ ਦਾ ਜਾਪ ਉਪਰੰਤ ਆਨੰਦ ਸਾਹਿਬ ਅਰਦਾਸ ਮੁੱਖ ਵਾਕ ਹੋ ਚੁੱਕਿਆ ਹੈ। ਤੋ ਗੁਰੂ ਕਿਰਪਾ ਕਰੇ। ਸੋ ਇੱਥੇ ਦਾਸ ਆਪ ਜੀ ਤੋਂ ਖਿਮਾ ਮੰਗੇਗਾ। ਸਰਦਾਰ ਹਰਜਿੰਦਰ ਸਿੰਘ ਜੀ ਨੇ ਦਾਸ ਨੂੰ ਇਹ ਹੁਕਮ ਕੀਤਾ ਸੀ ਕਿਉਂਕਿ ਪਿਛਲੇ ਦਿਨੀ 9 ਲੱਖੇ ਇਹਨਾਂ ਨੇ ਵੀ ਆਪਣੇ ਬਜ਼ੁਰਗਾਂ ਦੀ ਯਾਦ ਮਨਾਈ ਹੈ।
तो आप ਸਰਬੱਤ ਸੰਗਤਾਂ ਦਾ ਇਹ ਹੁਕਮ ਸਿਰ ਮੱਥੇ ਤੇ ਹੈ, ਇਹ ਮੇਰੀ ਡਿਊਟੀ ਹੈ, ਕਿਉਂਕਿ ਇਹ ਜੋ ਤੁਸੀਂ ਇਹ ਖਾਲਸਾ ਪੰਥ ਦੀ ਇੱਕ ਵੱਡੀ ਸੇਵਾ ਵਾਸਤੇ ਝੋਲੀ ਪਾਈ। तो मेरी कोशिश है कि ਅਸੀਂ ਇਸੇ ਤਰ੍ਹਾਂ ਆਪਣੇ ਧਰਮ ਲਈ, ਆਪਣੀ ਕੌਮ ਲਈ ਇਸ ਜਦੋਜਹਿਦ ਦੇ ਵਿੱਚ ਇਸ ਆਵਾਜ਼ ਨੂੰ ਚੱਕਦੇ ਰਹੀਏ। ਗੁਰੂ ਕਿਰਪਾ ਕਰੇ ਧਰਮ ਦੀ ਗੱਲ ਅਸੀਂ ਕਰਦੇ ਰਹੀਏ। तो ਇਹ ਇਕੱਲਾ ਕਿਸੇ ਇੱਕ ਜਾਂ ਦੋ ਦਾ ਕੰਮ ਨਹੀਂ, ਆਪਣੇ ਧਰਮ ਦੀ ਚਿੰਤਾ ਗੁਰੂ ਪਿਆਰਿਓ ਹਰ ਇੱਕ ਨੂੰ ਕਰਨੀ ਚਾਹੀਦੀ ਹੈ। तो ਉਸ ਧਰਮ ਦੇ ਪ੍ਰਤੀ ਅਸੀਂ ਕਿੰਨਾ ਕੁ ਵੀ ਯੋਗਦਾਨ ਪਾ ਸਕਦੇ ਹਾਂ। तो मैं तो ये समझदा कि जिहड़ा व्यक्ति अज के समय दे विच अपने परिवार नूं धर्म नाल जोड़ गया तो समझ लो कि वो दसम पातशाह की खुशियां का पात्र बन गया। जिहड़ा अपने बच्चों नूं साਂਭ गया, बच्चों नूं धर्म नाल जोड़ गया, समझ लो कि उन्हें उहदी यही बहुत वड्डी सेवा है अपनी कौम लई। तो इस करके अज सानूं ये सारिਆਂ ਨੂੰ ही रल मिल के ये यतन करन दे लोड़ ने। भुल्लां चुकां दी खिमा जी। वाहिगुरू जी का खालसा, वाहिगुरू जी की फतेह।